Topic number 2, Types of winding packages. After spinning, we obtain yarn on small bobbins or as an hank, but these small bobbins can't be used directly on weaving. ਜੋ ਸਾਨੂੰ ਸਪਿਨਿੰਗ ਤੋਂ ਪ੍ਰਾਪਤ ਹੁੰਦੇ ਆ ਵਾਈਂਡਿੰਗ ਪੈਕੇਜ ਬੋਬਿਨ ਦੇ ਰੂਪ 'ਚ, ਉਹਨਾਂ ਦੀ ਲੈਂਥ ਬਹੁਤ ਘੱਟ ਹੁੰਦੀ ਆ ਅਤੇ ਅਸੀਂ ਨੂੰ ਡਾਇਰੈਕਟ ਅਸੀਂ ਵੀਵਿੰਗ ਦੇ ਵਿੱਚ ਯੂਜ਼ ਨਹੀਂ ਕਰ ਸਕਦੇ. The process of transferring yarn from small package to big packages like cones or cheese containing considerable length is called winding. Winding ਦੀ definition ਕੀ ਹੋਏਗੀ? Process of transferring yarn from small package like bobbin to big package like cone or cheese. Cone cheese ਜਾਂ ਵਾਰਪ ਬੀਮ ਵੀ ਆ ਸਕਦਾ ਇਹਦੇ ਵਿੱਚ, ਵਾਰਪਰ ਬੀਮ ਵੀ ਆ ਸਕਦਾ, ਵੀਵਰਜ਼ ਬੀਮ ਵੀ ਆ ਸਕਦਾ. ਵੀਵਰਜ਼ ਬੀਮ ਅਤੇ ਵਾਰਪਰ ਬੀਮ ਬਹੁਤ ਜ਼ਿਆਦਾ ਵੱਡੇ ਵਾਈਂਡਿੰਗ ਪੈਕੇਜ ਹੈ, ਜਦਕਿ ਕੋਨਸ ਅਤੇ ਚੀਜ਼ ਉਹਨਾਂ ਦੇ ਮੁਕਾਬਲੇ ਛੋਟੇ ਪੈਕੇਜ ਹੈ. Winding is an important step as it is used to remove spinning faults like slubs, thin and thick places. Winding ਦੇ ਵਿੱਚ ਅਸੀਂ ਜਿਹੜੇ ਸਪਿਨਿੰਗ ਦੇ ਫਾਲਟ ਹੈ ਲਾਈਕ ਸਲਬਸ, ਥਿਨ ਐਂਡ ਥਿਕ ਪਲੇਸਿਸ ਐਟ ਦਾ yarn ਅਸੀਂ ਉਹ ਵੀ ਰਿਮੂਵ ਕਰਦੇ ਹਾਂ. 3 ਤਰ੍ਹਾਂ ਦੇ ਪੈਕੇਜ ਹੈ. ਟਾਈਪ ਆਫ ਪੈਕੇਜ ਆਰ ਆਫ 3 ਟਾਈਪਸ: ਪੈਰਲਲ ਵਾਈਂਡਿੰਗ ਪੈਕੇਜ, ਨੋਨ ਪੈਰਲਲ ਵਾਈਂਡਿੰਗ ਪੈਕੇਜ ਐਂਡ ਕ੍ਰੋਸ ਵਾਈਂਡਿੰਗ ਪੈਕੇਜ. ਜਿਹੜਾ ਪੈਰਲਲ ਵਾਈਂਡਿੰਗ ਪੈਕੇਜ ਹੈ ਉਹਦੇ ਵਿੱਚ ਬਹੁਤ ਸਾਰੇ yarn ਐਟ ਏ ਟਾਈਮ ਅਸੀਂ ਪੈਕ ਕਰਦੇ ਹਾਂ. ਥੱਲੇ 2 ਫਿਗਰ ਤੁਸੀਂ ਦੇਖ ਸਕਦੇ ਹੋ, 2 ਹੈ, ਇੱਕ ਵਾਰਪਰ ਬੀਮ ਹੈ, ਇੱਕ ਵੀਵਰ ਬੀਮ ਹੈ. ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਅਤੇ ਲਗਭਗ 500 ਤੋਂ 1000 ਤੱਕ ਅਸੀਂ ਐਂਡਸ ਜਾਂ ਅਸੀਂ ਜੋ ਵਾਪਸ ਹੈ ਅਸੀਂ ਇਹਦੇ 'ਤੇ ਵਾਈਂਡ ਕਰਦੇ ਹਾਂ. 500 ਲੈ ਕੇ 1000 ਧਾਗੇ ਅਸੀਂ ਐਟ ਏ ਟਾਈਮ ਅਸੀਂ ਇਹਨਾਂ 'ਤੇ ਵਾਈਂਡ ਕਰਦੇ ਹਾਂ. ਦਿਸ ਟਾਈਪ ਆਫ ਪੈਕੇਜ many yarns from small packages are wound parallel to each other on a big package, so multi end package is formed. ਜਿੰਨੇ ਅਸੀਂ yarn यूज़ ਕਰਾਂਗੇ ਇਸ ਪੈਕੇਜ ਨੂੰ ਬਣਾਉਣ ਦੇ ਲਈ, ਵਾਰਪਰ ਬੀਮ ਜਾਂ ਵੀਵਰ ਬੀਮ ਬਣਾਉਣ ਦੇ ਲਈ, ਉਨੇ ਹੀ ਜ਼ਿਆਦਾ ਉਹਦੇ ਐਂਡ ਹੋਣਗੇ ਕਿਉਂਕਿ ਇਹ ਹਰ ਇੱਕ ਧਾਗਾ ਇੱਕ ਦੂਜੇ ਦੇ ਬਿਲਕੁਲ ਪੈਰਲਲ ਚੱਲ ਰਿਹਾ ਇਹਨਾਂ ਦੋਨਾਂ ਬੀਮਸ ਦੇ ਵਿੱਚ. ਥੱਲੇ ਇਹ ਤੁਸੀਂ ਦੇਖ ਸਕਦੇ ਹੋ, ਮੈਂ ਫਿਗਰ ਪਾਈ ਹੈ ਵਾਰਪਰ ਬੀਮ ਦੀ ਅਤੇ ਇੱਕ ਪਾਸੇ ਕਰੀਲ ਦੀ ਫਿਗਰ ਹੈ. ਐਡਵਾਂਟੇਜ ਕੀ ਹੋਏਗਾ? ਮੈਨੀ yarns ਆਰ ਬਾਊਂਡ ਐਟ ਦਾ ਸੇਮ ਟਾਈਮ. ਬਹੁਤ ਸਾਰੇ yarn ਅਸੀਂ ਐਟ ਏ ਟਾਈਮ ਬਾਊਂਡ ਕਰ ਸਕਦੇ ਹਾਂ. ਨੰਬਰ 2 'ਤੇ ਨੋ ਨੀਡ ਆਫ ਟਰਾਵਰਸਿੰਗ ਗਾਈਡ. ਟਰਾਵਰਸਿੰਗ ਗਾਈਡ ਦੀ ਸਾਨੂੰ ਜ਼ਰੂਰਤ ਨਹੀਂ ਪੈਂਦੀ. ਟਰਾਵਰਸਿੰਗ ਗਾਈਡ ਉਹ ਗਾਈਡ ਹੈ ਜਿਹੜਾ ਕਿ ਇੱਕ ਪੈਕੇਜ ਤੋਂ ਦੂਸਰੇ ਪੈਕੇਜ ਦੇ ਵਿੱਚ ਜਦੋਂ ਅਸੀਂ yarn ਨੂੰ ਕਨਵਰਟ ਕਰਦੇ ਹਾਂ ਤਾਂ ਇੱਕ ਰੋਲਰ ਨਾਲ ਅਸੀਂ ਅਟੈਚ ਕਰਦੇ ਹਾਂ. ਇੱਕ ਤਾਂ ਹੋ ਗਿਆ ਨਾ ਕੋਨ ਜਾਂ ਚੀਜ਼ ਜਿਹੜਾ ਕਿ ਜਿਹਦੇ ਕੋਲ yarn ਬਾਊਂਡ ਹੋ ਰਿਹਾ, ਲੇਕਿਨ ਟਰਾਵਰਸਿੰਗ ਗਾਈਡ ਉਹ ਗਾਈਡ ਆ ਜਾਂ ਉਹ ਰੋਲਰ ਹੈ ਜਿਹੜਾ ਕਿ ਉਸ ਕੋਨ ਜਾਂ ਚੀਜ਼ ਨੂੰ ਘੁਮਾਉਂਦਾ ਆਪਣੇ ਨਾਲ ਫ੍ਰਿਕਸ਼ਨ ਦੇ ਨਾਲ. ਉਹ ਵੀ ਹੁੰਦਾ ਪੂਰਾ ਹੀ ਗੋਲ ਹੁੰਦਾ, ਉਹਦੇ ਵਾਂਗ ਹੀ ਹੁੰਦਾ, ਰੋਲਰ ਹੁੰਦਾ ਪੂਰਾ. ਅਤੇ ਉਹ ਜਦੋਂ ਉਹ ਘੁੰਮਦਾ ਅਤੇ ਨਾਲ ਜਿਹੜਾ ਬਾਊਂਡ ਪੈਕੇਜ ਉਹ ਵੀ ਘੁੰਮਦਾ. ਇਹਦੇ ਵਿੱਚ ਤੀਜਾ ਐਡਵਾਂਟੇਜ ਹੈ ਨੋ ਚੇਂਜ ਇਨ yarn ਟਵਿਸਟ. yarn ਟਵਿਸਟ ਦਾ ਮਤਲਬ yarn ਨੂੰ ਘੁਮਾਉਣਾ, ਜੋ ਐਂਗਲ 'ਤੇ ਸਾਨੂੰ ਬਾਜ਼ਾਰ ਸਾਨੂੰ yarn ਮਿਲਦਾ ਨਾ, ਉਹ ਸਿੰਪਲ ਫਿਲਾਮੈਂਟ ਨਹੀਂ ਹੁੰਦਾ, ਅਸੀਂ ਉਹਨੂੰ ਰੋਟੇਟ ਕੀਤਾ ਹੁੰਦਾ, ਉਹਦੀ ਰੋਟੇਸ਼ਨ ਨੂੰ ਹੀ ਅਸੀਂ ਟਵਿਸਟ ਕਹਿੰਦੇ ਹਾਂ. ਲੇਕਿਨ ਇਹਦੇ ਵਿੱਚ yarn ਦੀ ਟਵਿਸਟ ਚੇਂਜ ਨਹੀਂ ਹੁੰਦੀ. ਇਹਦੇ ਨਾਲ ਫਿਰ yarn ਦੀ ਕੁਆਲਿਟੀ ਫਰਕ ਨਹੀਂ ਪਏਗਾ. ਨੰਬਰ 4 ਦਾ ਇਹਦਾ ਐਡਵਾਂਟੇਜ ਹੈ ਪੈਕੇਜ ਇਜ਼ ਸਟੇਬਲ ਐਂਡ ਸਾਈਡ ਵਿਦਡਰਾਲ ਇਜ਼ ਪੋਸੀਬਲ. ਪੈਕੇਜ ਸਟੇਬਲ ਹੈ ਲੇਕਿਨ ਸਾਈਡ ਵਿਦਡਰਾਲ ਇਜ਼ ਪੋਸੀਬਲ. ਸਾਈਡ ਵਿਦਡਰਾਲ ਦਾ ਮੀਨਿੰਗ ਹੈ ਕਿ ਇੱਕ ਪੈਕੇਜ ਮੰਨ ਲਓ ਵਾਰਪਰ ਬੀਮ ਇੱਕ ਪੈਕੇਜ ਬਣ ਗਿਆ ਅਤੇ ਅਸੀਂ ਸਾਈਡ ਤੋਂ ਅਸੀਂ ਨਿਕਾਲ ਸਕਦੇ ਹਾਂ. ਜਿੰਨੇ ਸਾਨੂੰ ਚਾਹੀਦੇ ਆ yarn ਚਾਹੀਦੇ ਆ, ਅਸੀਂ ਸਾਈਡ ਤੋਂ ਉਨੇ yarn ਅਸੀਂ ਨਿਕਾਲ ਸਕਦੇ ਹਾਂ. ਜੇ ਇੱਕ ਪਹਿਲੀ ਫਿਗਰ ਦਿੱਤੀ ਹੈ ਉਹ ਮੈਂ ਦਿੱਤੀ ਹੈ ਕਰੀਲ ਦੀ. ਕਰੀਲ ਕੀ ਹੁੰਦਾ? ਕਰੀਲ ਮੈਟੈਲਿਕ ਜਾਂ ਵੁਡਨ ਇੱਕ ਹੁੰਦਾ ਹੋਲਡ ਕਰਨ ਦੇ ਲਈ ਬਹੁਤ ਸਾਰੇ ਬੋਬਿਨਸ ਨੂੰ ਜਾਂ ਪੈਕੇਜਸ ਨੂੰ. ਇਹਨਾਂ ਸਾਰੇ ਬੋਬਿਨਸ ਜਾਂ ਪੈਕੇਜ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਿਹੜਾ ਪੈਰਲਲ ਵਾਈਂਡਿੰਗ ਪੈਕੇਜ ਹੈ ਬਹੁਤ ਵੱਡਾ ਹੁੰਦਾ ਅਤੇ ਅਸੀਂ 500 ਤੋਂ ਲੈ ਕੇ 1000 ਤੱਕ ਅਸੀਂ ਯੂਜ਼ ਕਰਦੇ ਹਾਂ yarns ਐਟ ਏ ਟਾਈਮ ਪੈਕੇਜ ਕਰਨ ਦੇ ਲਈ. ਹੁਣ ਅਸੀਂ ਜੋ ਇਹ ਕਰੀਲ ਹੈ ਜੋ ਜਿਹਨੇ ਹੋਲਡ ਕੀਤਾ ਹੋਇਆ ਬਹੁਤ ਸਾਰੇ ਪੈਕੇਜ, ਅਸੀਂ ਹਰ ਇੱਕ ਬੋਬਿਨ ਤੋਂ ਜਾਂ ਹਰ ਇੱਕ ਅਸੀਂ ਪੈਕੇਜ ਤੋਂ ਅਸੀਂ ਇੱਕ ਲਵਾਂਗੇ yarn ਅਤੇ ਅਸੀਂ ਉਹ yarn ਅਸੀਂ ਲੈ ਕੇ ਜਾਵਾਂਗੇ ਵਾਰਪਰ ਬੀਮ ਬਣਾਉਣ ਦੇ ਲਈ. ਤੁਸੀਂ ਦੇਖ ਸਕਦੇ ਹੋ ਦੂਜੀ ਫਿਗਰ ਦੇ ਵਿੱਚ ਇੱਕ ਬੈਕ ਸਾਈਡ 'ਤੇ ਕਰੀਲ ਹੈ ਜਿੱਥੋਂ ਦੀ ਇੱਕ ਧਾਗਾ ਹਰ ਬੋਬਿਨ ਤੋਂ ਇੱਕ ਧਾਗਾ ਅੱਗੇ ਨੂੰ ਆ ਰਿਹਾ ਅਤੇ ਉਹ ਧਾਗਾ ਇੱਕ ਬਹੁਤ ਵੱਡੇ ਉਹਦੇ 'ਤੇ ਵਾਰਪਰ ਬੀਮ 'ਤੇ ਇੱਕ ਧਾਗਾ ਪੈਰਲਲ ਵਾਈਂਡਿੰਗ ਹੋ ਰਹੀ ਹੈ. ਨੰਬਰ 2 'ਤੇ ਨੋਨ ਪੈਰਲਲ ਵਾਈਂਡਿੰਗ ਪੈਕੇਜ. ਨੋਨ ਪੈਰਲਲ ਵਾਈਂਡਿੰਗ ਪੈਕੇਜ ਉਹ ਹੈ ਜਿਹੜਾ ਕਿ ਪੈਰਲਲ ਤਾਂ ਨਹੀਂ ਹੈ ਲੇਕਿਨ ਆਲਮੋਸਟ ਪੈਰਲਲ ਦੇ ਬਰਾਬਰ ਹੀ ਹੈ. ਤੁਸੀਂ ਕਹਿ ਸਕਦੇ ਬਿਲਕੁਲ ਹਲਕਾ ਜਿਹਾ ਐਂਗਲ ਅਸੀਂ ਇਹਦੇ ਯੂਜ਼ ਕਰਦੇ ਹਾਂ. ਹਲਕਾ ਜਿਹਾ ਐਂਗਲ ਦਾ ਮਤਲਬ 5 ਡਿਗਰੀ ਜਾਂ 10 ਡਿਗਰੀ, ਬਸ ਇਹਦੇ ਨਾਲ ਵੱਧ ਨਹੀਂ ਅਸੀਂ ਯੂਜ਼ ਕਰਦੇ. ਦੀਜ਼ ਪੈਕੇਜ ਕੰਟੇਨ 1 or more threads which are not ਪੈਰਲਲ ਨਹੀਂ ਹੈ ਬਟ ਨੀਅਰਲੀ ਪੈਰਲਲ ਟੂ ਦਾ ਲੇਅਰਸ ਆਲਰੇਡੀ ਐਗਜ਼ਿਸਟਿੰਗ. ਜੋ ਲੇਅਰਾਂ ਪਹਿਲਾਂ ਲੱਗ ਚੁੱਕੀਆਂ ਧਾਗੇ ਦੀਆਂ ਉਹਨਾਂ ਦੇ ਆਲਮੋਸਟ ਉਹਦੇ ਪੈਰਲਲ ਹੀ ਹੁੰਦਾ.
ਬਹੁਤ ਘੱਟ ਐਂਗਲ ਤੇ। ਐਡਵਾਂਟੇਜ ਕੀ ਆ, ਨੋ ਚੇਂਜ ਜਾਂ ਟਵਿਸਟ, ਇਹ 'ਚ ਵੀ ਜਾਂ ਟਵਿਸਟ ਚੇਂਜ ਨਹੀਂ ਹੁੰਦਾ। ਓਵਰਡਰਾਲ ਇਜ਼ ਪੋਸੀਬਲ। ਓਵਰਡਰਾਲ ਦਾ ਮੀਨਿੰਗ ਹੈ ਕਿ ਅਸੀਂ ਪੈਕੇਜ ਦੇ ਅਗਲੇ ਸਿਰਿਓਂ ਤੇ ਅਸੀਂ ਜਾਨ ਅਸੀਂ ਲੈ ਰਹੇ ਹਾਂ ਵੀਵਿੰਗ ਵਾਸਤੇ, ਅਸੀਂ ਵਾਰਪਰ ਬੀਮ ਨਾਲ ਅਸੀਂ ਜਾਨ ਲੈ ਰਹੇ ਹਾਂ, ਲੇਕਿਨ ਜਿਹੜਾ ਇਸਦਾ ਪਿਛਲਾ ਐਂਡ ਆ ਅਸੀਂ ਉਹਨਾਂ ਨੂੰ ਨੋਟਿੰਗ ਕਰ ਦੇਵਾਂਗੇ ਦੂਸਰੇ ਪੈਕੇਜ ਦੇ ਨਾਲ, ਜਿਹਦੇ ਨਾਲ ਕਿ ਸਾਡੀ ਪ੍ਰੋਡਕਸ਼ਨ ਰੁਕੇਗੀ ਨਹੀਂ ਅਤੇ ਕੰਮ ਲਗਾਤਾਰ ਚੱਲਦਾ ਰਹੇਗਾ। ਡਿਸਐਡਵਾਂਟੇਜ ਕੀ ਆ, ਸਾਈਡ ਵਿਦਡਰਾਲ ਇਜ਼ ਨਾਟ ਪੋਸੀਬਲ। ਪੈਰਲਲ ਦੇ ਵਿੱਚ ਸਾਈਡ ਵਿਦਡਰਾਲ ਪੋਸੀਬਲ ਸੀ ਕਿਉਂਕਿ ਸਾਰੇ ਬਿਲਕੁਲ ਪੈਰਲਲ ਹੈ, ਲੇਕਿਨ ਇਹ 'ਚ ਪੋਸੀਬਲ ਨਹੀਂ ਹੈ ਕਿਉਂਕਿ ਹਲਕਾ ਜਿਹਾ ਐਂਗਲ 5 ਡਿਗਰੀ ਜਾਂ 10 ਡਿਗਰੀ ਐਂਗਲ 'ਤੇ ਅਸੀਂ ਇਹ ਕਰਦੇ ਹਾਂ। ਇਹਦੇ ਵਿੱਚ ਕਹਿਣ ਨੇ ਟਰਾਵਰਸਿੰਗ ਮਸ਼ੀਨ ਰਿਕੁਆਇਰਡ ਐਂਡ ਪੈਕੇਜ ਇਜ਼ ਨਾਟ ਸਟੇਬਲ। ਪੈਕੇਜ ਸਟੇਬਲ ਨਹੀਂ ਹੈ ਅਤੇ ਟਰਾਵਰਸਿੰਗ ਮਸ਼ੀਨ ਚਾਹੀਦੀ ਹੈ। ਟਰਾਵਰਸਿੰਗ ਮਸ਼ੀਨ ਮੈਂ ਉੱਪਰ ਵੀ ਗੱਲ ਕੀਤੀ ਹੈ। ਡਿਸਐਡਵਾਂਟੇਜ ਉਹਦੇ ਕਰੀਲ ਇਜ਼ ਰਿਕੁਆਇਰਡ ਐ ਸੀ ਪੈਰਲਲ ਵਾਈਂਡਿੰਗ 'ਚ। ਟਰਾਵਰਸਿੰਗ ਮਸ਼ੀਨ ਰਿਕੁਆਇਰਡ ਇਹ ਤੁਸੀਂ ਦੇਖ ਸਕਦੇ ਹੋ, ਜਿਹੜੀ ਪਹਿਲੀ ਫਿਗਰ ਹੈ ਇਹਦੇ ਵਿੱਚ ਹਲਕੇ ਜਿਹੇ ਐਂਗਲ 'ਤੇ ਦੂਰੋਂ ਦੇਖਣ 'ਤੇ ਸਾਨੂੰ ਲੱਗੇਗਾ ਜਿਵੇਂ ਬਿਲਕੁਲ ਪੈਰਲਲ ਵਾਈਂਡਿੰਗ ਹੋਈ ਹੈ, ਲੇਕਿਨ ਪੈਰਲਲ ਵਾਈਂਡਿੰਗ ਨਹੀਂ ਹੈ, ਇਹ ਹੈ ਨੋਨ ਪੈਰਲਲ ਵਾਈਂਡਿੰਗ ਹੈ ਅਤੇ ਹਲਕੇ ਜਿਹੇ ਐਂਗਲ 'ਤੇ ਹੋਈ ਹੈ। ਹੁਣ ਤੁਸੀਂ ਦੇਖੋ ਟਰਾਵਰਸਿੰਗ ਮਸ਼ੀਨ, ਉੱਪਰ ਜਾਨ ਪੈਕੇਜ ਹੈ ਯੈਲੋ ਕਲਰ ਦਾ, ਔਰ ਰੋਟੇਟ ਕਰ ਰਿਹਾ, ਪਿੱਛੋਂ ਦੀ ਜਾਨ ਆ ਰਿਹਾ, ਨੀਚੇ ਤੋਂ ਜਾਨ ਆ ਰਿਹਾ ਅਤੇ ਜਾਨ ਪੈਕੇਜ 'ਤੇ ਰੋਟੇਟ ਹੋ ਰਿਹਾ, ਅਤੇ ਨੀਚੇ ਇੱਕ ਹੋਰ ਗਾਈਡ ਰੋਲਰ ਲੱਗਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਟਰਾਵਰਸ ਗਾਈਡ। ਉਹ ਟਰਾਵਰਸ ਗਾਈਡ ਘੁੰਮ ਰਿਹਾ ਅਤੇ ਉਹਦੇ ਘੁੰਮਣ ਦੇ ਨਾਲ ਹੀ ਜਾਨ ਪੈਕੇਜ ਰੋਟੇਟ ਕਰ ਰਿਹਾ, ਇਸ ਲਈ ਸਾਨੂੰ ਇੱਥੇ ਟਰਾਵਰਸਿੰਗ ਮਸ਼ੀਨ ਦੀ ਸਾਨੂੰ ਜ਼ਰੂਰਤ ਪੈਂਦੀ ਹੈ। ਨੰਬਰ 3 'ਤੇ ਆ ਗਿਆ ਕ੍ਰੋਸ ਵਾਈਂਡਿੰਗ ਪੈਕੇਜ। ਕ੍ਰੋਸ ਵਾਈਂਡਿੰਗ ਪੈਕੇਜ ਦਾ ਮਤਲਬ ਹੈ ਕਿ ਅਸੀਂ ਐਂਗਲ 'ਤੇ, ਸਿੰਪਲ ਜੀ ਗੱਲ, ਅਸੀਂ ਐਂਗਲ 'ਤੇ ਅਸੀਂ ਰੋਟੇਟ ਕਰਨਾ ਟਰਾਵਰਸਿੰਗ ਨੂੰ, ਅਤੇ ਐਂਗਲ 'ਤੇ ਜਾਨ ਨੇ ਰੋਟੇਟ ਹੋਣਾ। ਦਿਸ ਟਾਈਪ ਆਫ ਪੈਕੇਜ ਕੰਟੇਨਸ ਏ ਸਿੰਗਲ ਥਰੈਡ ਯੂਜ਼ ਕਰਦੇ ਹਾਂ ਵਿਚ ਇਜ਼ ਲੇਡ ਔਨ ਦਾ ਪੈਕੇਜ ਐਟ ਐਨ ਐਂਗਲ ਸੋ ਦੈਟ ਦਾ ਲੇਅਰਸ ਕ੍ਰੋਸ ਵਨ ਅਨਦਰ ਟੂ ਗਿਵ ਸਟੇਬਿਲਿਟੀ। ਇਸ ਕ੍ਰੋਸ ਵਾਈਂਡਿੰਗ ਪੈਕੇਜ ਦੀ ਸਭ ਤੋਂ ਵੱਡੀ ਐਡਵਾਂਟੇਜ ਇਹ ਹੈ ਕਿ ਇਹਦੀ ਸਟੇਬਿਲਿਟੀ ਸਭ ਤੋਂ ਜ਼ਿਆਦਾ ਹੁੰਦੀ ਹੈ। ਪੈਰਲਲ ਵਾਈਂਡਿੰਗ ਪੈਕੇਜ ਅਸੀਂ ਨੋਰਮਲੀ ਯੂਜ਼ ਨਹੀਂ ਕਰ ਸਕਦੇ, ਸਿਰਫ ਵੀਵਿੰਗ ਤੋਂ ਪਹਿਲਾਂ ਅਸੀਂ ਯੂਜ਼ ਕਰਾਂਗੇ, ਲੇਕਿਨ ਕ੍ਰੋਸ ਵਾਈਂਡਿੰਗ ਪੈਕੇਜ ਅਸੀਂ ਯੂਜ਼ ਨੋਰਮਲੀ ਕਰਦੇ ਹਾਂ। ਜਦੋਂ ਅਸੀਂ ਸਿਲੰਡਰੀਕਲ ਸ਼ੇਪ ਦਾ ਅਸੀਂ ਯੂਜ਼ ਕਰਦੇ ਹਾਂ ਕਾਰਡਬੋਰਡ ਜਾਂ ਪਲਾਸਟਿਕ, ਤਾਂ ਜੋ ਉਹਦੇ ਉੱਪਰ ਅਸੀਂ ਜਾਂ ਰੋਟੇਟ ਕਰਾਂਗੇ ਤਾਂ ਸਾਨੂੰ ਪ੍ਰਾਪਤ ਹੋਏਗਾ ਚੀਜ਼। ਅਤੇ ਜਦੋਂ ਅਸੀਂ ਕੋਨੀਕਲ ਯੂਜ਼ ਕਰਾਂਗੇ, ਕੋਨੀਕਲ ਦਾ ਮਤਲਬ ਐਂਗਲ 'ਤੇ ਅੰਦਰਲਾ ਪੈਕੇਜ ਕਾਰਡਬੋਰਡ ਦਾ ਜਾਂ ਪਲਾਸਟਿਕ ਦਾ ਹੋਏਗਾ, ਅਤੇ ਉਹਦੇ ਉੱਪਰ ਅਸੀਂ ਕ੍ਰੋਸ ਵਾਈਜ਼ ਅਸੀਂ ਪੈਕੇਜ ਕਰਾਂਗੇ, ਜਾਨ ਨੂੰ ਲਪੇਟਾਂਗੇ, ਤਾਂ ਸਾਨੂੰ ਪ੍ਰਾਪਤ ਹੋਏਗਾ ਕੋਨ। ਐਡਵਾਂਟੇਜ, ਜਾਨ ਪੈਕੇਜ ਇਜ਼ ਵੈਰੀ ਸਟੇਬਲ, ਓਵਰ ਵਿਦਡਰਾਲ ਇਜ਼ ਪੋਸੀਬਲ। ਓਵਰ ਵਿਦਡਰਾਲ ਦਾ ਮੀਨਿੰਗ ਇਹੀ ਹੈ ਵੀ ਜੋ ਲਾਸਟ ਵਾਲਾ ਐਂਡ ਹੈ ਅਸੀਂ ਉਹਨੂੰ ਨੋਟਿੰਗ ਕਰ ਦੇਵਾਂਗੇ ਨਵੇਂ ਕੋਨ ਜਾਂ ਨਵੇਂ ਚੀਜ਼ ਦੇ ਨਾਲ। ਡਿਸਐਡਵਾਂਟੇਜ ਕੀ ਹੈ, ਜਾਨ ਟਵਿਸਟ ਇਜ਼ ਚੇਂਜਡ। ਹਾਂ, ਜਦੋਂ ਅਸੀਂ ਰੋਟੇਟ ਕਰਦੇ ਹਾਂ ਟਰਾਵਰਸਿੰਗ ਗਾਈਡ ਨੂੰ ਤਾਂ ਜਾਨ ਟਵਿਸਟ ਚੇਂਜ ਹੋ ਜਾਂਦੀ ਹੈ ਥੋੜ੍ਹੀ, ਅਤੇ ਉਹਦੇ ਨਾਲ ਜਾਨ ਟਵਿਸਟ ਚੇਂਜ ਹੋਣ ਦੇ ਨਾਲ ਜਾਨ ਦੀ ਕੁਆਲਿਟੀ ਥੋੜ੍ਹਾ ਫਰਕ ਪੈ ਜਾਏਗਾ। ਅਤੇ ਇਹਦਾ ਡਿਸਐਡਵਾਂਟੇਜ ਦੂਸਰੀ ਹੈ ਕਿ ਟਰਾਵਰਸਿੰਗ ਰੋਲਰ ਇਜ਼ ਰਿਕੁਆਇਰਡ।